ਹੈਲੋ ਸਟੂਡੈਂਟਸ, ਅੱਜ ਅਸੀਂ ਤੁਹਾਡੀ ਟੈਕਸਟ ਬੁੱਕ ਦੇ ਸੈਕਸ਼ਨ ਏ ਦੇ ਵਿੱਚੋਂ ਫਸਟ ਚੈਪਟਰ ਰੀਡ ਕਰਨ ਜਾ ਰਹੇ ਹਾਂ। ਹਸਨ's ਅਟੈਂਡੈਂਸ ਪ੍ਰੋਬਲਮ ਰਿਟਨ ਬਾय ਸੁਧਾ ਮੂਰਤੀ। ਸੁਧਾ ਮੂਰਤੀ ਇਜ਼ ਅ ਟੀਚਰ, ਸੋਸ਼ਲ ਵਰਕਰ ਐਂਡ ਫਿਲਾਂਥਰੋਪਿਸਟ। ਨਾ ਸਿਰਫ ਅਧਿਆਪਕ ਬਲਕਿ ਇੱਕ ਸਮਾਜ ਸੁਧਾਰਕ, ਇੱਕ ਮਾਨਵਤਾ ਦੇ ਇਨਸਾਨੀਅਤ ਦੇ ਪ੍ਰੇਮ ਕਰਨ ਵਾਲੇ ਇਨਸਾਨ, ਇੱਕ ਇੰਡੀਅਨ ਰਾਈਟਰ, ਫੀਮੇਲ ਇੰਡੀਅਨ ਰਾਈਟਰ ਹੈ ਸੁਧਾ ਮੂਰਤੀ। ਔਰ ਉਹਨਾਂ ਦਾ ਕੰਮ ਹਰ ਵਰਕ ਸਪੀਕਸ ਮੋਰ ਦੈਨ ਐਨੀ ਵਰਡਸ ਵਿਲ। ਸ਼ਬਦਾਂ ਨਾਲੋਂ ਉਹਨਾਂ ਦਾ ਕੰਮ ਜ਼ਿਆਦਾ ਬੋਲਦਾ ਹੈ। ਔਰ ਉਹਨਾਂ ਦੇ ਹਸਬੈਂਡ ਨਾਰਾਇਣ ਮੂਰਤੀ ਜੋ ਕਿ ਫਾਊਂਡਰ ਹੈ ਇਨਫੋਸਿਸ ਕੰਪਨੀ ਦੇ, ਔਰ ਉਹਨਾਂ ਦਾ ਕੰਟਰੀਬਿਊਸ਼ਨ, ਉਹਨਾਂ ਦੇ ਪਰਿਵਾਰ ਦਾ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈ ਇਸ ਸੰਸਾਰ ਨੂੰ ਦੇਣ ਹੈ। ਹਰ ਹੰਬਲਨੈਸ ਰਿਫਲੈਕਟਸ ਇਨ ਹਰ ਰਾਈਟਿੰਗ। ਉਹਨਾਂ ਦੀ ਨਿਮਰਤਾ ਉਹਨਾਂ ਦੀ ਲਿਖਤ ਦੇ ਵਿੱਚ ਝਲਕਦੀ ਹੈ। ਔਰ ਇਸ ਚੈਪਟਰ ਦੇ ਵਿੱਚ ਉਹਨਾਂ ਨੇ ਕੀ ਡਿਸਕਰਾਈਬ ਕੀਤਾ ਹੈ, of not taking the things seriously, ਕਿ ਅਗਰ ਕਿਸੇ ਵੀ ਚੀਜ਼ਾਂ ਨੂੰ ਆਪਾਂ ਸੀਰੀਅਸਲੀ ਨਹੀਂ ਲੈਂਦੇ ਜਾਂ ਸਿਰਫ ਨੌਲੇਜ ਦੇ ਲਈ ਅਸੀਂ ਕੰਮ ਨਹੀਂ ਕਰਦੇ ਜਾਂ ਮਾਰਕਸ ਦੇ ਜਾਂ ਪੈਸੇ ਦੇ ਲਈ ਅਸੀਂ ਕੰਮ ਕਰਦੇ ਹਾਂ, ਮਾਰਕਸ ਦੇ ਲਈ ਮਿਹਨਤ ਕਰਦੇ ਹਾਂ ਸਕੂਲ ਦੇ ਵਿੱਚ, ਲੇਕਿਨ ਨੌਲੇਜ ਕੁਛ ਨਹੀਂ ਹੈ ਜਾਂ ਸਿਰਫ ਪੈਸੇ ਦੇ ਲਈ, ਤੇ ਇਹਨਾਂ ਦਾ ਕੋਈ ਵੀ ਬੈਨੀਫਿਟ ਨਹੀਂ ਹੈ। ਔਰ ਇਹ ਵੀ ਐਕਸਪਲੇਨ ਕਰਦੇ ਆ ਇੱਕ ਐਗਜ਼ਾਮਪਲ ਦੇ ਕੇ। ਹਸਨ ਨਾਮ ਦਾ ਜੋ ਮੇਨ ਕਰੈਕਟਰ ਹੈ ਇਸ ਚੈਪਟਰ ਦਾ, ਹੀ ਇਜ਼ ਦ ਮੇਨ ਕਰੈਕਟਰ ਆਫ ਦਿਸ ਲੈਸਨ। ਔਰ ਉਹਨੂੰ ਐਗਜ਼ਾਮਪਲ ਦੇ ਕੇ ਇਸ ਸਟੋਰੀ ਦੇ ਵਿੱਚ ਦੱਸਦੇ ਹੈ ਜੋ ਕਿ ਆਪਣੀ ਬਹੁਤ ਸਾਰੀ ਕਲਾਸਿਸ ਨੂੰ ਬੰਕ ਕਰਦਾ ਸੀ। ਤੇ ਅੱਜ ਆਪਾਂ ਸਟੋਰੀ ਸਟਾਰਟ ਕਰਦੇ ਹਾਂ। For many years now, I have been teaching computer science to students studying for their masters in computer applications at a college in Bangalore। जो चीज़ नोट करने वाली है उन्होंने देखिए, टीचिंग कंप्यूटर साइंस किस सब्जेक्ट ਦੇ ਟੀਚਰ ਹੈ ਸੁਧਾ ਮੂਰਤੀ। ਤੁਸੀਂ ਆਪਣੇ ਨੋਟਬੁੱਕ ਦੇ ਵਿੱਚ ਇਸ ਚੀਜ਼ ਨੂੰ ਨੋਟ ਕਰ ਸਕਦੇ ਆ। ਕੰਪਿਊਟਰ ਸਾਇੰਸ ਦੇ ਟੀਚਰ ਆ ਔਰ ਕਿੱਥੇ ਪੜ੍ਹਾ ਰਹੇ ਹੈ, ਮਾਸਟਰਸ ਕੋਰਸ ਨੂੰ ਪੜ੍ਹਾਉਂਦੇ ਆ ਆਫ ਇਨ ਕੰਪਿਊਟਰ ਐਪਲੀਕੇਸ਼ਨ, ਜਿਹਨੂੰ ਕਿ MCA ਵੀ ਬੋਲ ਦਿੰਦੇ ਆ। ਔਰ ਕਾਲਜ ਕਿਹੜੀ ਜਗ੍ਹਾ ਦੇ ਉੱਤੇ ਹੈ, ਬੈਂਗਲੋਰ 'ਚ ਕਾਲਜ ਹੈ। I have interacted with many students and though it is not possible to remember all of them now, I ਇੱਥੇ ਜੋ ਰਾਈਟਰ ਆਪਣੀ ਜ਼ੁਬਾਨੀ ਆਪਣੀ ਗੱਲ ਦੱਸਦਾ ਉਹਨੂੰ ਨਰੇਟਰ ਬੋਲ ਦਿੰਦੇ ਆ। ਔਰ ਸੁਧਾ ਮੂਰਤੀ ਇਸ ਚੈਪਟਰ ਦੀ ਨਰੇਟਰ ਹੈ। ਉਹ ਦੱਸਦੀ ਕਿ ਮੈਂ ਆਪਣੇ ਕੈਰੀਅਰ ਦੇ ਥਰੂ ਬਹੁਤ ਸਾਰੇ ਸਟੂਡੈਂਟਸ ਨਾਲ ਇੰਟਰੈਕਟ ਹੋਈ। ਦ ਮੈਮੋਰੀਜ਼ ਆਫ ਸਮ ਆਰ ਐਚਡ ਇਨ ਮਾਈ ਹੈਡ। ਐਚਡ ਹੁੰਦਾ ਸਟਰੋਂਗ ਇੰਪ੍ਰੈਸ਼ਨ ਮਾਈਂਡ ਦੇ ਵਿੱਚ ਜਿਨ੍ਹਾਂ ਦਾ ਰਹਿ ਜਾਏ, ਇੱਕ ਅਮਿਟ ਛਾਪ ਜਿਨ੍ਹਾਂ ਦੀ ਰਹਿ ਜਾਏ। ਅਤੇ ਉਹਨਾਂ ਵਿੱਚੋਂ ਕਈਆਂ ਦੀ ਛਾਪ ਮੇਰੇ ਬ੍ਰੇਨ ਦੇ ਵਿੱਚ ਰਹਿ ਗਈ ਹੈ, ਮੇਰੀ ਮੈਮੋਰੀ 'ਚ ਰਹਿ ਗਈ। ਦਿਸ ਇਜ਼ ਨਾਟ ਬਿਕੋਜ਼ ਦੇ ਵਰ ਆਲ ਬ੍ਰਿਲੀਅੰਟ ਬਟ ਰੈਦਰ ਬਿਕੋਜ਼ ਸਮਥਿੰਗ ਇਨ ਦੈਮ ਵਾਜ਼ ਵੈਰੀ ਡਿਫਰੈਂਟ ਫਰੋਮ ਦ ਅਦਰਸ। ਇਸ ਕਰਕੇ ਨਹੀਂ ਕਿ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਸੀਗੇ, ਬਲਕਿ ਦੂਸਰਿਆਂ ਨਾਲੋਂ ਕੁਝ ਅਲੱਗ ਹੋਣ ਕਰਕੇ ਉਹਨਾਂ ਦੀ ਯਾਦ ਮੇਰੀ ਬ੍ਰੇਨ ਦੇ ਵਿੱਚ ਹੈ, ਮੈਮੋਰੀ ਦੇ ਵਿੱਚ ਹੈ। ਇਨ ਮਾਈ ਫਸਟ ਬੈਚ, ਨਾਓ ਇਟ ਇਜ਼ ਵੈਰੀ ਇੰਪੋਰਟੈਂਟ। ਕਈ ਵਾਰ ਓਬਜੈਕਟਿਵ ਟਾਈਪ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਕਿ ਕਿਹੜੇ ਬੈਚ ਦੇ ਵਿੱਚ ਸੁਧਾ ਮੂਰਤੀ ਪੜ੍ਹਾ ਰਹੀ ਸੀ ਜਿੱਥੇ ਕਿ ਹਸਨ ਸੀਗਾ। ਦੇਅਰ ਵਾਜ਼ ਅ ਵੈਰੀ ਬ੍ਰਾਈਟ ਬॉय। ਅਗਰ ਤੁਸੀਂ ਕਰੈਕਟਰ ਸਕੈਚ ਹਸਨ ਦਾ ਲਿਖਦੇ ਹਾਂ ਤੇ ਉਹਦੇ ਵਿੱਚ ਇਹ ਵੀ ਦੱਸਣਾ ਹੈ ਕਿ ਹਸਨ ਇੱਕ ਬ੍ਰਾਈਟ ਬॉय ਸੀਗਾ, ਕਾਲਡ ਹਸਨ। ਹੀ ਵਾਜ਼ ਟਾਲ ਹੈਂਡਸਮ। ਇਹ ਸਾਰੀ ਕੁਆਲਿਟੀਜ਼ ਹੈ ਹਸਨ ਦੀਆਂ, ਟਾਲ ਹੈਂਡਸਮ ਵਿਦ ਅ ਵੈਰੀ ਗੁੱਡ ਮੈਮੋਰੀ, ਅੱਛੀ ਯਾਦਾਸ਼ਤ ਸੀਗੀ। ਹੀ ਕੇਮ ਫਰੋਮ ਐਨ ਐਫਲੂਐਂਟ ਫੈਮਿਲੀ। ਐਫਲੂਐਂਟ ਮੀਨਸ ਰਿਚ ਫੈਮਿਲੀ, ਅੱਛੇ ਪਰਿਵਾਰ ਤੋਂ ਆਉਂਦਾ ਸੀ। ਵੇਅਰ ਹੀ ਵਾਜ਼ ਦ ਓਨਲੀ ਸਨ, ਜਿੱਥੇ ਉਹ ਇਕਲੌਤਾ ਬੇਟਾ ਸੀ ਉਹਨਾਂ ਦਾ। ਇਨੀਸ਼ੀਅਲੀ ਮੀਨਸ ਸਟਾਰਟਿੰਗਲੀ। ਆਈ ਡਿਡ ਨਾਟ ਕਮ ਟੂ ਨੋ ਆਫ ਹਿਜ਼ ਐਗਜ਼ਿਸਟੈਂਸ ਐਟ ਆਲ। ਪਹਿਲੇ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ ਉਹਦੇ ਹੋਣ ਦਾ, ਮੇਨਲੀ ਬਿਕੋਜ਼ ਹੀ ਵਾਜ਼ ਹਾਰਡਲੀ ਐਵਰ ਪ੍ਰੈਜ਼ੈਂਟ, ਕਿਉਂਕਿ ਉਹ ਬਹੁਤ ਘੱਟ ਪ੍ਰੈਜ਼ੈਂਟ ਰਹਿੰਦਾ ਸੀ। ਹਾਰਡਲੀ ਨੈਗੇਟਿਵ ਸੈਂਸ ਦਿੰਦਾ। ਆਈ ਨਾਰਮਲੀ ਟੇਕ ਦ ਫਸਟ ਕਲਾਸ ਆਫ ਦ ਡੇ ਵਿਚ ਇਜ਼ ਸ਼ਡਿਊਲਡ ਐਟ 9 AM। ਸਵੇਰੇ 9 ਵਜੇ ਜੋ ਕਲਾਸ ਲੱਗਦੀ ਸੀ, ਮੋਸਟਲੀ ਮੈਂ ਉਹ ਕਲਾਸ ਲੈਂਦੀ ਸੀ ਸਟੂਡੈਂਟ ਸੀ। ਔਰ ਇੱਕ ਦੂਸਰੀ ਕਲਾਸ 1 ਆਫਟਰ ਦੈਟ 10 AM ਜਾਂ ਫਿਰ ਦੂਸਰੀ 10 ਵਜੇ। ਔਰ ਇਹਦਾ ਰੀਜ਼ਨ ਕੀ ਹੈ, ਅਗਰ ਕੁਐਸਚਨ ਆ ਜਾਂਦਾ ਹੈ ਕਿ ਵਾਈ ਸ਼ੀ ਵਾਜ਼ ਟੇਕਿੰਗ ਕਲਾਸ ਐਟ 9 or 10 AM, ਤਾਂ ਉਹਦਾ ਰੀਜ਼ਨ ਇਹ ਸੀਗਾ ਉਹ ਪ੍ਰੈਫਰ ਕਿਉਂ ਕਰਦੀ ਸੀ ਇਸ ਟਾਈਮ ਨੂੰ, ਕਿ ਇਸ ਟਾਈਮ ਵੈਨ ਸਟੂਡੈਂਟਸ ਆਰ ਫਰੈਸ਼ ਐਂਡ ਵੈਰੀ ਅਟੈਂਟਿਵ, ਕਿ ਮੋਰਨਿੰਗ ਦੇ ਟਾਈਮ ਸਟੂਡੈਂਟਸ ਫਰੈਸ਼ ਰਹਿੰਦੇ ਹੈ, ਅਟੈਂਟਿਵ ਰਹਿੰਦੇ ਹੈ। Once in a while, Hassan would turn up, particularly if there was a class test or during examination. ਹਸਨ ਮੋਸਟਲੀ ਕਲਾਸ ਦੇ ਵਿੱਚ ਕਦੋਂ ਹੁੰਦਾ ਸੀ, ਜਦੋਂ ਜਾਂ ਤਾਂ ਕੋਈ ਕਲਾਸ ਟੈਸਟ ਹੁੰਦਾ ਸੀ ਜਾਂ ਫਿਰ ਐਗਜ਼ਾਮ ਹੁੰਦੇ ਸੀ। I met him more often for attendance shortage meetings. ਜ਼ਿਆਦਾਤਰ ਮੈਂ ਉਹਨੂੰ ਮਿਲਦੀ ਸੀ ਜਦੋਂ ਅਟੈਂਡੈਂਸ ਸ਼ਾਰਟੇਜ ਦੀ ਗੱਲ ਹੁੰਦੀ ਸੀ, ਉਹਦੇ ਰਿਗਾਰਡਿੰਗ ਮੈਂ ਮਿਲਦੀ ਸੀ। He would beg for attendance in such a manner that it was very difficult for me to say no. ਔਰ ਜਦੋਂ ਮੈਨੂੰ ਮਿਲਦਾ ਸੀ
ਰਿਕੁਐਸਟ ਕਰਦਾ ਸੀ, ਮੇਰੇ ਤੋਂ ਨਾ ਨਹੀਂ ਕਿਹਾ ਜਾਂਦਾ ਸੀ। Sometimes I would get upset and tell him, no, I cannot give you attendance, that should be discipline। और मैं ਅਖੀਰ ਉਹਨੂੰ ਬੋਲਦੀ ਸੀ ਕਿ ਨਹੀਂ, ਮੈਂ ਤੈਨੂੰ ਹਾਜ਼ਰੀ ਨਹੀਂ ਦਊਂਗੀ, ਅਟੈਂਡੈਂਸ ਨਹੀਂ ਦਊਂਗੀ। There should be discipline, ਇੱਕ ਅਨੁਸ਼ਾਸਨ ਹੁੰਦਾ ਹੈ ਔਰ ਹੋਣਾ ਚਾਹੀਦਾ ਹੈ। Yes ma'am, he would reply apologetically। Apologetically means in the manner of sorry। Sorry feel ਕਰਦਿਆਂ ਹੋਇਆਂ, pardon me ਬੋਲਦਿਆਂ ਹੋਇਆਂ, ਉਸ ਗੱਲ ਦੇ ਨਾਲ ਸਹਿਮਤ ਹੁੰਦਿਆਂ ਹੋਇਆਂ ਹਸਨ ਕੀ ਬੋਲਦਾ ਸੀ, from the next semester onwards I will definitely attend your class। ਅਗਲੇ ਸਮੈਸਟਰ ਤੋਂ ਮੈਂ ਤੁਹਾਡੀ ਕਲਾਸ ਜ਼ਰੂਰ ਅਟੈਂਡ ਕਰਾਂਗਾ। Can you not pardon me this time? ਕਿ ਤੁਸੀਂ ਮੈਨੂੰ ਇਸ ਵਾਰੀ ਮਾਫ ਨਹੀਂ ਕਰੋਗੇ। To err is human, to forgive is divine। This is the emotional blackmailing of a student, of a teacher from a student। ਕੀ ਬੋਲਦੇ ਹੈ ਕਿ ਮਨੁੱਖ ਤਾਂ ਗਲਤੀਆਂ ਦਾ ਪੁਤਲਾ ਹੈ ਔਰ ਪਰਮਾਤਮਾ ਦਾ ਕੰਮ ਹੈ ਕਿ ਉਹ ਮੈਨੂੰ ਮਾਫ ਕਰੀ ਜਾਏ। ਐਂਡ ਯੂ ਹੈਵ ਓਨਲੀ ਟੌਟ ਅਸ ਦਿਸ, ਤੁਸੀਂ ਵੀ ਤਾਂ ਸਾਨੂੰ ਇਹੀ ਪੜ੍ਹਾਇਆ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹਸਨ ਆਪਣੀ ਅਟੈਂਡੈਂਸ ਦੇ ਰਿਗਾਰਡਿੰਗ ਸੁਧਾ ਮੂਰਤੀ ਨੂੰ ਰਿਕੁਐਸਟ ਕਰਦਾ ਸੀ ਔਰ ਸੁਧਾ ਮੂਰਤੀ ਅਕਸਰ ਉਹਦੀਆਂ ਗੱਲਾਂ ਮੰਨ ਲੈਂਦੀ ਸੀ। ਆਈ ਕੁਡ ਨਾਟ ਰਿਮੇਨ ਐਂਗਰੀ ਫॉर ਲੌਂਗ, ਮੈਂ ਜ਼ਿਆਦਾ ਦੇਰ ਤੱਕ ਨਾਰਾਜ਼ ਨਹੀਂ ਰਹਿੰਦੀ ਸੀ। ਟੀਚਰਸ ਡੂ ਗੈਟ ਅਪਸੈਟ ਵਿਦ ਸਟੂਡੈਂਟਸ ਹੂ ਆਰ ਨਾਟ ਰੈਗੂਲਰ। ਹਾਂ, ਸਟੂਡੈਂਟਸ ਅਕਸਰ ਹੀ ਟੀਚਰ ਅਕਸਰ ਹੀ ਆਪਣੇ ਇਹੋ ਜਿਹੇ ਸਟੂਡੈਂਟਸ ਤੋਂ ਅਪਸੈਟ ਹੋ ਜਾਂਦੇ ਜੋ ਕਿ ਰੈਗੂਲਰ ਨਹੀਂ ਹੁੰਦੇ। ਬਟ ਇਫ ਦ ਅਟੈਂਡੈਂਸ ਸ਼ਾਰਟੇਜ ਅਫੈਕਟਸ ਦੇਅਰ ਅਪੀਅਰੈਂਸ ਇਨ ਦ ਫਾਈਨਲ ਐਗਜ਼ਾਮੀਨੇਸ਼ਨ, one tends to melt like a snow against the sun। ਲੇਕਿਨ ਅਗਰ ਗੱਲ ਉਹਨਾਂ ਦੀ ਫਿਊਚਰ ਦੀ ਹੋ ਰਹੀ ਹੋਏ ਕਿ ਅਟੈਂਡੈਂਸ ਸ਼ਾਰਟੇਜ ਦੇ ਕਾਰਨ ਅਗਰ ਉਹ ਬੱਚਾ ਐਗਜ਼ਾਮ 'ਚ ਨਾ ਬੈਠ ਸਕੇ ਤੇ ਇਹੋ ਜਿਹੀ ਚੀਜ਼ ਨੂੰ ਲੈ ਕੇ ਟੀਚਰ ਕਿਸ ਤਰ੍ਹਾਂ ਮੈਲਟ ਹੋ ਜਾਂਦਾ ਸੀ। ਹੁਣ ਇੱਥੇ ਸਿਮਿਲੀ ਯੂਜ਼ ਕੀਤੀ ਹੋਈ ਹੈ, ਮੈਲਟ ਲਾਈਕ ਅ ਸਨੋ, ਬਰਫ਼ ਦੀ ਤਰ੍ਹਾਂ। ਜਿਵੇਂ ਕਿ ਸੂਰਜ ਦੀ ਗਰਮੀ ਦੇ ਨਾਲ ਬਰਫ਼ ਪਿਘਲ ਜਾਂਦੀ ਹੈ, ਉਸ ਤਰ੍ਹਾਂ ਹੀ ਆਪਣੇ ਸਟੂਡੈਂਟ ਦੇ ਫਿਊਚਰ ਨੂੰ ਦੇਖਦਿਆਂ ਹੋਇਆਂ ਟੀਚਰ ਹਮੇਸ਼ਾ ਉਹਦੇ ਵੈਲਫੇਅਰ ਦੀ ਗੱਲ ਸੋਚਦਾ ਹੈ। ਅ ਗੁੱਡ ਟੀਚਰ ਵਿਲ ਆਲਵੇਜ਼ ਵਿਸ਼ for the best for her student, though I do agree discipline is very important too। ਮੈਂ ਇਸ ਗੱਲ ਨਾਲ ਐਗਰੀ ਹੁੰਦੀ ਸੀ ਕਿ ਡਿਸਿਪਲਿਨ ਜ਼ਰੂਰੀ ਹੈ, ਲੇਕਿਨ ਸਟੂਡੈਂਟਸ ਦੇ ਬੈਸਟ ਕਰਨ ਲਈ ਸੁਧਾ ਮੂਰਤੀ ਐਗਰੀ ਹੋ ਜਾਂਦੀ। As he was very bright, Hassan would invariably get a first class in exam। ਕਿਉਂਕਿ ਇੰਟੈਲੀਜੈਂਟ ਤਾਂ ਸੀਗਾ ਹੀ ਹਸਨ, ਇਸ ਕਰਕੇ ਮੋਸਟਲੀ ਉਹਦੀ ਐਗਜ਼ਾਮ ਦੇ ਵਿੱਚ ਫਰਸਟ ਕਲਾਸ ਆ ਜਾਂਦੀ ਸੀ। ਫਰਸਟ ਕਲਾਸ ਮੀਨਸ ਮੋਰ ਦੈਨ 60%। However, before the exam started, every semester this drama with Hassan would be repeated। ਐਗਜ਼ਾਮ ਖਤਮ ਹੋਣ ਤੋਂ ਬਾਅਦ ਅਗਲਾ ਸਮੈਸਟਰ ਸ਼ੁਰੂ ਹੁੰਦਾ ਔਰ ਹਸਨ ਉਹੀ ਜੋ ਡਰਾਮਾ ਸੀ ਉਹ ਰਿਪੀਟ ਕਰਦਾ। ਦੈਟ ਮੀਨਸ ਕਲਾਸ ਦੇ ਵਿੱਚ ਰੈਗੂਲਰ ਨਹੀਂ ਆਉਂਦਾ ਸੀ। I would get upset, threaten and ultimately give in। Each time Hassan would promise to improve his attendance record and for 1 week would attend all classes, then the same old story would follow। Each time he had a different reason for his absence। Unfortunately, they always seemed genuine to me। और फिर ਉਹੀ ਕੁਝ ਕਲਾਸ ਦੇ ਵਿੱਚ ਨਾ ਆਣਾ, ਇੱਕ ਹਫ਼ਤੇ ਕਲਾਸ ਲਗਾ ਕੇ ਫਿਰ ਦੁਬਾਰਾ ਕਹਾਣੀਆਂ ਬਣਾ ਕੇ, ਪੁਰਾਣੀਆਂ ਕਹਾਣੀਆਂ ਬਣਾ ਕੇ, ਅਲੱਗ-ਅਲੱਗ ਐਕਸਕਿਊਜ਼ਸ ਲੈ ਕੇ ਔਰ ਉਹ ਕਲਾਸ ਤੋਂ ਐਬਸੈਂਟ ਰਹਿੰਦਾ। ਔਰ ਅਨਫੋਰਚੂਨੇਟਲੀ ਉਹਦੇ ਬਹਾਨੇ ਮੈਨੂੰ ਕਈ ਵਾਰ ਠੀਕ ਵੀ ਲੱਗਦੇ। ਵਨਸ ਆਈ ਗॉट ਟਾਇਰਡ ਆਫ ਹਿਸ ਸਟੋਰੀਜ਼। ਲੇਕਿਨ ਇੱਕ ਵਾਰ ਜਦੋਂ ਮੈਂ ਉਹਦੀ ਕਹਾਣੀਆਂ ਤੋਂ ਥੱਕ ਗਈ ਐਂਡ ਕਾਲਡ ਹਿਸ ਪੇਰੈਂਟਸ, ਮੈਂ ਉਹਦੇ ਮਾਤਾ ਪਿਤਾ ਨੂੰ ਬੁਲਾਇਆ। ਪੇਰੈਂਟਸ ਮੀਟਿੰਗ ਹੋਈ। Your son is a bright boy, he is not arrogant but he is indisciplined। ਹਸਨ ਦੇ ਬਾਰੇ ਦੱਸਿਆ ਕਿ ਇੱਕ ਬ੍ਰਾਈਟ ਬॉय ਹੈ ਲੇਕਿਨ ਉਹਦੀਆਂ ਆਦਤਾਂ ਜੋ ਉਹਦੀ ਐਰੋਗੈਂਟ ਹੈ ਬਿਹੇਵੀਅਰ, ਉਹਦਾ ਜੋ ਰੂਡ ਬਿਹੇਵੀਅਰ ਹੈ ਔਰ ਉਹ ਡਿਸਪਲਿਨ ਦੇ ਵਿੱਚ ਨਹੀਂ ਰਹਿੰਦਾ। If only he came to class regularly and attended the lab, I'm sure he can get a rank। ਪ੍ਰੈਕਟੀਕਲ ਸਬਜੈਕਟਸ ਦੇ ਵਿੱਚ ਲੈਬ ਲਗਾਉਣਾ ਬਹੁਤ ਜ਼ਰੂਰੀ ਹੈ ਤੇ ਟੀਚਰ ਬੋਲਦੀ ਹੈ, ਸੁਧਾ ਮੂਰਤੀ ਦੱਸਦੀ ਕਿ ਅਗਰ ਉਹ ਰੈਗੂਲਰ ਹੋਵੇ ਔਰ ਲੈਬ ਦੇ ਵਿੱਚ ਰੈਗੂਲਰ ਅਟੈਂਡੈਂਸ ਹੋਏ ਤੇ ਉਹ ਸ਼ਿਓਰਲੀ ਰੈਂਕ ਲੈ ਸਕਦਾ ਹੈ ਕਲਾਸ ਦੇ ਵਿੱਚ। I have failed to convince him। ਮੈਂ ਤਾਂ ਉਹਨੂੰ ਮਨਾ ਕੇ ਥੱਕ ਗਈ ਹਾਂ। I will be happy if you could look into the matter more seriously because this is going to affect his life, I said to them। ਜਦੋਂ ਟੀਚਰ ਨੂੰ ਲੱਗਦਾ ਕਿ ਸਟੂਡੈਂਟ ਮੇਰੇ ਕਹਿਣੇ ਦੇ ਵਿੱਚ ਨਹੀਂ ਹੈ ਜਾਂ ਬਾਰ-ਬਾਰ ਸਮਝਾਉਣ ਤੋਂ ਬਾਅਦ ਵੀ ਉਹ ਸੀਰੀਅਸ ਨਹੀਂ ਹੋ ਰਿਹਾ ਤੇ ਫਿਰ ਇੱਕ ਸੋਲੂਸ਼ਨ ਰਹਿ ਜਾਂਦਾ ਹੈ ਕਿ ਉਹਦੇ ਪੇਰੈਂਟਸ ਨਾਲ ਇਸ ਮੈਟਰ ਦੇ ਉੱਪਰ ਗੱਲ ਕੀਤੀ ਜਾਏ।
और वही सुधा मूर्ति ने किया। Hassan's father was a busy man and did not take my words very seriously. हसन ਦੇ ਪਿਤਾ ਇੱਕ ਬਿਜ਼ੀ ਮੈਨ ਸੀਗੇ, ਆਪਣੇ ਕੰਮ ਧੰਦੇ 'ਚ ਜ਼ਿਆਦਾ ਬਿਜ਼ੀ ਸੀ। ਉਹਨਾਂ ਨੇ ਮੇਰੀ ਕਹੀ ਹੋਈ ਗੱਲ ਨੂੰ ਸੀਰੀਅਸਲੀ ਨਹੀਂ ਲਿਆ। ਔਰ ਕੀ ਕਹਿੰਦੇ ਆ, as long as he does well, that is fine with me, because after a certain age children do not listen to their parents. Only life will teach them. ਸਿਰਫ ਇੰਨੀ ਗੱਲ ਕਹਿ ਕੇ ਪਿਤਾ ਨੇ ਗੱਲ ਖਤਮ ਕਰ ਦਿੱਤੀ ਕਿ ਕੁਝ ਉਮਰ ਹੁੰਦੀ ਹੈ ਜਦੋਂ ਤੱਕ ਆਪਣੇ ਪੇਰੈਂਟਸ ਦੀ ਗੱਲ ਬੱਚੇ ਸੁਣਦੇ ਆ, ਉਸ ਤੋਂ ਬਾਅਦ ਓਨਲੀ ਲਾਈਫ ਵਿਲ ਟੀਚ them, ਉਹਨਾਂ ਨੂੰ ਜ਼ਿੰਦਗੀ ਹੀ, ਉਹਨਾਂ ਨੂੰ ਟਾਈਮ ਹੀ ਸਿਖਾ ਸਕਦਾ। ਬਟ ਹਿਜ਼ ਮਦਰ ਵਾਜ਼ ਇਨ ਟੀਅਰਸ, ਲੇਕਿਨ ਮਾਂ ਦੀ ਅੱਖਾਂ ਦੇ ਵਿੱਚ ਹੰਝੂ ਸੀ। ਐਂਡ ਵਟ ਸ਼ੀ ਵਾਜ਼ ਸੇਇੰਗ, ਮੈਮ ਆਈ ਹੈਵ ਫੇਲਡ ਐਜ਼ ਅ ਮਦਰ, ਮੈਂ ਇੱਕ ਮਾਂ ਹੋਣ ਦੇ ਨਾਤੇ ਆਪਣੇ ਆਪ ਨੂੰ ਅਸਫਲ ਮਹਿਸੂਸ ਕਰ ਰਹੀ ਹਾਂ। He does not listen to me at all. मेरी गल बिल्कुल नहीं सुनता। He spends all night listening to music and chatting with his friends. He sleeps at 6 in the morning. How can he come to any class? He does not pay any attention to what I say and tells me I repeat the same thing always. अक्सर जो आज दी जनरेशन दे नाल हो रहा है, मदर की कंप्लेन कर रही है कि रात ਨੂੰ बहुत देर तक म्यूजिक सुनता है या अपने फ्रेंड्स ਦੇ ਨਾਲ ਚੈਟਿੰਗ ਕਰਦਾ ਹੈ ਔਰ ਫਿਰ ਸਵੇਰੇ 6 ਵਜੇ ਸੌਂਦਾ ਹੈ, ਤੇ ਫਿਰ ਉਹ ਕਲਾਸ ਦੇ ਵਿੱਚ ਕਿਵੇਂ ਆ ਸਕਦਾ ਹੈ ਔਰ ਬਿਲਕੁਲ ਵੀ ਮੇਰੀ ਕਹੀ ਹੋਈ ਗੱਲ ਤੇ ਧਿਆਨ ਨਹੀਂ ਦਿੰਦਾ। The meeting ended in an argument between his parents. His father said, "You are the mother. It is your duty to correct him. You should spend more time with him. I am so busy. You have failed." ਪਿਤਾ ਨੇ ਕੀ ਕਿਹਾ, ਤੁਸੀਂ ਮਾਂ ਹੋ, ਤੁਹਾਡੀ ਡਿਊਟੀ ਬਣਦੀ ਹੈ ਇਹਨੂੰ ਠੀਕ ਕਿਵੇਂ ਰੱਖਣਾ ਹੈ, ਜ਼ਿਆਦਾ ਟਾਈਮ ਇਹਦੇ ਨਾਲ ਤੁਸੀਂ ਸਪੈਂਡ ਕਰਦੇ ਹੋ, ਮੈਂ ਤਾਂ ਬਹੁਤ ਬਿਜ਼ੀ ਹਾਂ ਔਰ ਤੁਸੀਂ ਆਪਣੇ ਕੰਮ ਦੇ ਵਿੱਚ ਫੇਲ ਹੋ ਗਏ ਹੋ। ਹਿਜ਼ ਮਦਰ ਸੈਡ, ਯੂ ਆਰ ਦ ਫਾਦਰ, ਇਟ ਇਜ਼ difficult to control boys. You can speak to him man to man. Earning money is not the only thing in life. ਹੁਣ ਹੁੰਦਾ ਕੀ ਹੈ, ਮਾਂ ਕੀ ਬੋਲਦੀ ਹੈ ਕਿ ਉਹ ਮੁੰਡਾ ਹੈ, ਤੁਸੀਂ ਉਹਦੇ ਪਿਤਾ ਹੋ, ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ, ਸਿਰਫ ਪੈਸਾ ਕਮਾਉਣਾ ਹੀ ਜ਼ਿੰਦਗੀ ਦੇ ਵਿੱਚ ਇੱਕ ਹੀ ਚੀਜ਼ ਨਹੀਂ ਹੈ, ਆਪਣੇ ਬੱਚੇ ਨੂੰ ਵੀ ਸੰਭਾਲਣਾ ਹੁੰਦਾ ਹੈ। ਦੈਟ ਮੀਨਸ ਦੋਨੋਂ ਹੀ ਹਸਬੈਂਡ ਵਾਈਫ ਇੱਕ ਦੂਸਰੇ ਨੂੰ ਬਲੇਮ ਕਰ ਰਹੇ ਹੈ ਹਸਨ ਦੀ ਇਸ ਕੰਡੀਸ਼ਨ ਲਈ। This continued for a while and the meeting ended fruitlessly. Hassan continued in his ways till he passed out his course. As usual in first class, he was a nice boy. He came and thanked me. और अखीर ये मीटिंग जो फ्रूटलेस मीन्स यूजलेस साबित हुई, कोई फ़ायदा नहीं होया। हसन उसी तरह ही क्लासेस मिस करता रहा, लेकिन पास तो हो गया, फर्स्ट क्लास दे विच पास हो गया क्योंकि वो एक अच्छा लड़का सी और जान दे टाइम वो मेरे को आया और मेरा थैंक्स किया। Madam, thank you for teaching me for the last 3 years. Because of your kind heart. अगर क्वेश्चन आंदा है कि ये कोर्स किन्ने साल दा सी ते लास्ट 3 ईयर्स तो उथों पढ़दा पिया सी, इस गल नूं भी नोट करना है। For the last 3 years. Because of your kind heart, I could get all my attendance. I wish all teachers were like you in the college. ਤੁਹਾਡੀ ਦਇਆ ਕਰਕੇ ਹੀ, ਤੁਹਾਡੇ ਵੱਡੇ ਦਿਲ ਕਰਕੇ ਹੀ ਮੈਨੂੰ ਅਟੈਂਡੈਂਸ ਮਿਲਦੀ ਰਹੀ ਔਰ ਮੈਂ ਇਹੀ ਇੱਛਾ ਕਰਦਾ ਹਾਂ ਕਿ ਸਾਰੇ ਟੀਚਰ ਕਾਲਜ ਦੇ ਵਿੱਚ ਤੁਹਾਡੇ ਵਰਗੇ ਹੀ ਹੋਣ। I laughed. God willing, we will meet again. But I did not meet Hassan for a long time. बच्चे पास आउट होके चले गए, बहुत समय बीत गया और I did not meet Hassan. दोबारा मैं हसन नूं बहुत दिन तक नहीं मिली and forgot all about him. और तकरीबन ਉਹਦੇ ਬਾਰੇ ਭੁੱਲ भी गई. Years passed, साल बीतते गए. I taught many students. बड़े students ਨੂੰ मैं पढ़ाया. Some of them became very good human beings. Some became famous. Some became rich. And some remained ordinary. As far as I was concerned, they were like my children. Some remember me still and send invitation to weddings, naming ceremonies, housewarmings, etc. If I am not in town, I definitely try and attend because for me, their immense love is my strength. ਬੱਚਿਆਂ ਦੇ ਨਾਲ ਜੋ ਸੁਧਾ ਮੂਰਤੀ ਦਾ ਰਿਲੇਸ਼ਨ ਸੀਗਾ, ਉਹ ਉਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਮੰਨਦੀ ਸੀ ਔਰ ਕੁਝ ਸਟੂਡੈਂਟ ਤਾਂ ਉਹਨਾਂ ਨੂੰ ਆਪਣੇ ਵੈਡਿੰਗ ਸੈਰੇਮਨੀਜ਼ ਤੇ ਜਾਂ ਫਿਰ नेमिंग सैरेमनीज मीनस नामकरण की कोई सैरेमनी होंगी
ਜਾਂ ਹਾਊਸ ਵਾਰਮਿੰਗ ਗ੍ਰਹਿ ਪ੍ਰਵੇਸ਼ ਦੀ ਕੋਈ ਸੈਰੇਮਨੀ ਹੁੰਦੀ ਤੇ ਸੁਧਾ ਮੂਰਤੀ ਨੂੰ ਇਨਵਾਈਟ ਕਰਦੇ ਔਰ ਸੁਧਾ ਮੂਰਤੀ ਦੀ ਕੋਸ਼ਿਸ਼ ਹੁੰਦੀ ਸੀ ਕਿ ਅਗਰ ਉਹ ਸ਼ਹਿਰ ਦੇ ਵਿੱਚ ਹੋਏ ਤੇ ਉਹ ਡੈਫੀਨੇਟਲੀ ਉਹਨਾਂ ਫੰਕਸ਼ਨਸ ਨੂੰ ਅਟੈਂਡ ਕਰੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦਾ ਪਿਆਰ ਅਥਾਹ ਪਿਆਰ ਹੀ ਮੇਰੀ ਤਾਕਤ ਹੈ ਜੋ ਕਿ ਹਰ ਇੱਕ ਟੀਚਰ ਲਈ ਇਵੇਂ ਹੀ ਹੁੰਦਾ ਹੈ ਸਟੂਡੈਂਟਸ ਉਹਨਾਂ ਦੇ ਲਈ ਤਾਕਤ ਹੁੰਦੀ ਹੈ ਸਟੂਡੈਂਟ ਹੀ ਉਹਨਾਂ ਦੇ ਲਈ ਸਟਰੈਂਥ ਹੁੰਦੀ ਹੈ One Monday morning my secretary told me that a person wanting to sell the latest software in high school teaching wanted to meet me. I was extremely busy and the piles of unanswered letters were looking at me accusingly. I had no time to talk to the salesperson, so I told her he can meet someone else. I don't have time. सोमवार ਦੀ ਸਵੇਰ Monday morning ਮੇਰੀ ਸੈਕਟਰੀ ਨੇ ਆ ਕੇ ਮੈਨੂੰ ਦੱਸਿਆ ਕਿ ਕੋਈ ਪਰਸਨ ਮਿਲਣਾ ਚਾਹੁੰਦਾ ਹੈ ਜੋ ਕਿ ਲੇਟੈਸਟ ਸੌਫਟਵੇਅਰ ਦੇ ਲਈ ਕੰਮ ਕਰ ਰਿਹਾ ਔਰ ਸਕੂਲ ਦੇ ਵਿੱਚ ਉਹ ਹੈਲਪਫੁਲ ਹੋਏਗਾ ਸੌਫਟਵੇਅਰ ਮੈਂ ਬਹੁਤ ਜ਼ਿਆਦਾ ਬਿਜ਼ੀ ਸੀ ਮੇਰੇ ਕੋਲ ਬਹੁਤ ਸਾਰੇ ਢੇਰ ਲੱਗਾ ਹੋਇਆ ਸੀ ਉਹ ਲੈਟਰਸ ਦਾ ਜਿਨ੍ਹਾਂ ਦੇ ਜਵਾਬ ਮੈਂ ਅਜੇ ਦੇਣੇ ਸੀ ਇਸ ਕਰਕੇ ਮੈਂ ਕਿਹਾ ਕਿ ਉਹਨੂੰ ਕਹੋ ਕਿਸੇ ਹੋਰ ਨੂੰ ਮਿਲ ਲੈ ਮੇਰੇ ਕੋਲ ਟਾਈਮ ਨਹੀਂ ਹੈ ਬਟ ਮਾਈ ਸੈਕਟਰੀ ਸੈਡ ਹੀ ਵਾਜ਼ ਇਨਸਿਸਟਿੰਗ ਹੀ ਵਾਂਟਡ ਟੂ ਮੀਟ ਓਨਲੀ ਮੀ that he was my student लेकिन सैकटरी ने कहा कि वो जिद करता पिया इंसिस्टिंग मीनस होंदा है जिद करना कि वो तुहानू ही मिलना चाहता है वो तुहाडा ही स्टूडेंट है she knew how fond I was of all my students so she had not been unable to say no to him ਉਹਨੂੰ ਪਤਾ ਸੀ ਕਿ ਸੁਧਾ ਮੂਰਤੀ ਆਪਣੇ ਸਟੂਡੈਂਟਸ ਨੂੰ ਮਿਲਣੇ ਲਈ ਬਹੁਤ ਜ਼ਿਆਦਾ ਸ਼ੌਕ ਰੱਖਦੀ ਹੈ ਇਸ ਕਰਕੇ ਉਹਨੂੰ ਨਾ ਨਹੀਂ ਕਹਿ ਪਾਈ in that case let him see him at 2 pm ਔਰ ਉਹਨੂੰ 2 ਵਜੇ ਮਿਲਣ ਦਾ ਟਾਈਮ ਦੇ ਦਿੱਤਾ In the afternoon, a man of about 35 years, ਹੁਣ ਉਸ man ਦੀ age 35 years ਹੈ plump means ਥੋੜਾ ਜਿਹਾ slightly fat with a bald head ਬਹੁਤ ਜ਼ਿਆਦਾ ਬਾਲ ਨਹੀਂ ਹੈ and moderately dressed ਔਰ ਸਧਾਰਨ ਜਿਹੇ ਕੱਪੜੇ ਪਾਏ ਹੈ was waiting for me in the office ਇਹ ਪਰਸਨੈਲਿਟੀ ਉਸ ਸੇਲਸਮੈਨ ਦੀ ਸੀ ਜੋ ਕਿ ਸੁਧਾ ਮੂਰਤੀ ਨੂੰ ਮਿਲਣ ਆਇਆ ਸੀ In his hand was the CD with the software. ਉਹਦੇ ਹੱਥ ਵਿੱਚ CDs ਸੀਗੀਆਂ. I could not place him though he seemed familiar. He smiled at me and said, Madam, can you recognize me? You may not because how can you remember all the students? From a window you can see the outside world, but from the outside you cannot see all that is inside. Madam, ਤੁਸੀਂ ਮੈਨੂੰ ਪਹਿਚਾਨਿਆ? You may not. ਸ਼ਾਇਦ ਨਹੀਂ. ਕਿਵੇਂ ਇੰਨੇ ਸਟੂਡੈਂਟ ਨੂੰ ਯਾਦ ਰੱਖ ਸਕਦੇ ਹੋ ਕਿਉਂਕਿ ਜਦੋਂ ਅਸੀਂ ਕਮਰੇ ਦੇ ਵਿੱਚ ਬੈਠੇ ਹੁੰਦੇ ਆ ਫਰੋਮ ਅ ਵਿੰਡੋ ਤੁਸੀਂ ਬਾਹਰ ਦਾ ਸੰਸਾਰ ਬਹੁਤ ਜ਼ਿਆਦਾ ਦੂਰ ਤੱਕ ਦੇਖ ਸਕਦੇ ਹੋ ਲੇਕਿਨ ਬਾਹਰ ਤੋਂ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕਮਰੇ ਦੇ ਅੰਦਰ ਕੀ ਹੈ ਤੇ ਉਹ ਨਜ਼ਰ ਨਹੀਂ ਆਉਂਦਾ ਇੱਕ ਮੈਟਾਫੋਰ ਯੂਜ਼ ਕੀਤਾ ਹੈ ਇੱਕ ਐਗਜ਼ਾਮਪਲ ਦਿੱਤਾ ਹੈ ਕਿ ਸਟੂਡੈਂਟਸ ਲਈ ਤਾਂ ਟੀਚਰ ਇੱਕ ਹੁੰਦਾ ਹੈ ਹਜ਼ਾਰਾਂ ਸਟੂਡੈਂਟਸ ਪੜ੍ਹ ਕੇ ਚਲੇ ਜਾਂਦੇ ਆ ਔਰ ਉਹ ਹਜ਼ਾਰਾਂ ਨੂੰ ਉਹ ਟੀਚਰ ਦੀ ਸ਼ਕਲ ਯਾਦ ਹੁੰਦੀ ਹੈ ਉਹ ਟੀਚਰ ਦੇ ਬਾਰੇ ਪਤਾ ਹੁੰਦਾ ਹੈ ਜਦਕਿ ਟੀਚਰ ਦੇ ਲਈ ਇਹ ਯਾਦ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿੰਨੇ ਸਟੂਡੈਂਟਸ ਉਹਨਾਂ ਤੋਂ ਪੜ੍ਹ ਕੇ ਚਲੇ ਗਏ ਉਹਨਾਂ ਦੇ ਨਾਮ ਉਹਨਾਂ ਦੇ ਨੂੰ ਯਾਦ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ I liked his analogy ਐਨਾਲੋਜੀ ਹੁੰਦਾ ਜੋ ਕੰਪੇਅਰ ਉਹਨੇ ਕੀਤਾ ਜੋ ਦੋ ਚੀਜ਼ਾਂ ਦੇ ਵਿੱਚ ਰਿਲੇਸ਼ਨ ਕਰਕੇ ਉਹਨੇ ਦੱਸਿਆ ਕੰਪੇਅਰ ਕਰਕੇ ਦੱਸਿਆ ਐਂਡ ਵਾਸ ਸ਼ੋਰ ਹੀ ਵਾਸ ਮਾਈ ਸਟੂਡੈਂਟ ਜਿੱਤੋਂ ਮੈਨੂੰ ਸ਼ੋਰ ਹੋ ਗਿਆ ਕਿ ਇਹ ਮੇਰਾ ਹੀ ਸਟੂਡੈਂਟ ਹੈ ਬਿਕਾਜ਼ ਆਈ ਆਫਨ ਯੂਜ਼ਡ ਦਿਸ ਫਰੇਜ਼ ਇਨ ਮਾਈ ਕਲਾਸ ਟਿਲ ਆਈ ਕੁਡ ਨਾਟ ਗੈਸ ਹੂ ਹੀ ਵਾਸ ਅਕਸਰ ਮੈਂ ਇਹ ਗੱਲ ਕਲਾਸ ਦੇ ਵਿੱਚ ਕਰਦੀ ਹੁੰਦੀ ਸੀ ਲੇਕਿਨ ਮੈਂ ਗੈਸ ਨਹੀਂ ਕਰ ਪਾ ਰਹੀ ਸੀ ਕਿ ਇਹ ਕੌਣ ਹੈ ਮੈਡਮ ਆਈ ਵਾਸ ਦ ਪਰਪੈਚੁਅਲ ਲੇਟ ਕਮਰ ਆਫ ਯੂਰ ਕਲਾਸ ਮੈਮ ਮੈਂ ਤੁਹਾਡੀ ਕਲਾਸ ਦੇ ਵਿੱਚ ਅਕਸਰ ਲੇਟ ਆਉਣ ਵਾਲਾ ਸਟੂਡੈਂਟ ਸੀਗਾ ਦੈਟਸ ਵੈਨ ਦ ਕੁਆਇਨ ਡ੍ਰੌਪਡ ਹਾਈ ਹਸਨ ਔਰ ਹੁਣ ਜਦੋਂ ਲੇਟ ਕਮਰਸ ਦੀ ਗੱਲ ਹੋਏ ਤੇ ਫਿਰ ਅਚਾਨਕ ਯਾਦ ਆ ਗਿਆ ਇਹ ਉਹੀ ਸਟੂਡੈਂਟ ਹੈ ਜਿਹਦਾ ਨਾਮ ਹਸਨ ਸੀ ਹਾਊ ਆਰ ਯੂ ਇਟਸ ਬੀਨ ਅ ਲੌਂਗ ਟਾਈਮ ਸਿੰਸ ਆਈ ਲਾਸਟ ਮੈਟ ਯੂ ਆਈ ਵਾਸ ਵੈਰੀ ਹੈਪੀ ਟੂ ਸੀ ਹਿਮ ਮੈਨੂੰ ਉਹਨੂੰ ਦੇਖ ਕੇ ਖੁਸ਼ੀ ਹੋਈ ਮੈਡਮ ਆਈ ਐਮ ਫਾਈਨ ਐਂਡ ਰਿਮੈਂਬਰ ਮੈਨੀ ਆਫ ਯੂਰ ਲੈਸਨਸ मैं ठीक हाँ और मैनू तुहाडे लैसन सारे याद है इज इट डाटाबेस मैनेजमेंट और सी और पास्कल बिकॉज सुधा मूर्ति कंप्यूटर टीच करांदी सी ते उन्होंने लगा कि उन्हां दे रिलेटेड लैसनस की ही गल करदा पिया किहड़ा लैसन डाटाबेस सी और पास्कल
None of the software, ma'am. I remember the moral lessons. ਮੈਂ ਉਹਨਾਂ ਸੌਫਟਵੇਅਰ ਦੀ ਗੱਲ ਨਹੀਂ ਕਰਦਾ, ਮੈਂ ਉਹ ਮੋਰਲ ਲੈਸਨ ਦੀ ਗੱਲ ਕਰਦਾ ਜੋ ਤੁਸੀਂ ਕਲਾਸ ਦੇ ਵਿੱਚ ਕਰਾਉਂਦੇ ਸੀ ਜਾਂ ਸਾਨੂੰ ਪੜ੍ਹਾਉਂਦੇ ਨਾਲ ਦੱਸਦੇ ਸੀ। ਆਈ ਡਿਡ ਨਾਟ ਨੋ ਵਟ ਮੋਰਲ ਲੈਸਨਸ ਆਈ ਹੈਡ ਟੌਟ, ਦੋ ਆਈ ਡੂ ਟੈਲ ਸਮ ਸਟੋਰੀਜ਼ ਡਿਊਰਿੰਗ ਮਾਈ ਲੈਕਚਰਸ ਔਨ ਕੰਪਿਊਟਰ ਸੌਫਟਵੇਅਰ। ਸੁਧਾ ਮੂਰਤੀ ਕਹਿੰਦੀ ਮੈਨੂੰ ਤਾਂ ਯਾਦ ਵੀ ਨਹੀਂ ਮੈਂ ਕੀ ਪੜ੍ਹਾਉਂਦੀ ਹਾਂ, ਲੇਕਿਨ ਹਾਂ ਮੈਂ ਕੰਪਿਊਟਰ ਸੌਫਟਵੇਅਰ ਦੇ ਨਾਲ ਰਿਲੇਟਿਡ ਕੁਝ ਸਟੋਰੀਜ਼ ਜ਼ਰੂਰ ਦੱਸ ਦਿੰਦੀਆਂ ਹੁੰਦੀ ਸੀ। ਹਸਨ, ਵਟ ਆਰ ਯੂ ਡੂਇੰਗ ਨਾਓ? ਨਾਓ ਹਿਜ਼ ਫੇਸ ਬਿਕੇਮ ਅ ਲਿਟਲ ਪੇਲ। ਹੁਣ ਕੀ ਕਰਦੇ ਹੋ? ਜਦੋਂ ਕੁਐਸਚਨ ਸੁਧਾ ਮੂਰਤੀ ਨੇ ਪੁੱਛਿਆ ਤੇ ਉਹਦਾ ਚਿਹਰਾ ਕੁਝ ਪੀਲਾ ਪੈ ਗਿਆ। ਮੈਮ, ਆਈ ਐਮ ਸੈਲਿੰਗ ਦਿਸ software which is useful in teaching maths, physics and chemistry. It is of help to both teachers and students. I know your foundation helps a lot in education at the high school level. I thought it may be of some interest to you. ਮੈਂ ਉਹ ਸੀਰੀਜ਼ ਵੇਚਦਾ ਹਾਂ, ਉਹ ਸੌਫਟਵੇਅਰ ਵੇਚਦਾ ਹਾਂ ਜੋ ਮੈਥਸ, ਫਿਜ਼ਿਕਸ ਔਰ ਕੈਮਿਸਟਰੀ ਵਰਗੇ ਸਬਜੈਕਟਸ ਨੂੰ ਟੀਚ ਕਰਨ ਦੇ ਲਈ ਬੈਨੀਫੀਸ਼ੀਅਲ ਹੋਏ, ਟੀਚਰਸ ਲਈ ਵੀ, ਸਟੂਡੈਂਟਸ ਲਈ ਵੀ। ਅਤੇ ਮੈਨੂੰ ਲੱਗਾ ਕਿ ਤੁਹਾਡਾ ਹਾਈ ਸਕੂਲ ਜਾਂ ਫਿਰ ਤੁਹਾਡੇ ਫਾਊਂਡੇਸ਼ਨ ਲਈ ਇਹ ਹੈਲਪਫੁਲ ਹੋਣਾ ਹੈ। ਹਸਨ, ਵਟ ਡਿਡ ਯੂ ਡੂ ਫॉर ਸੋ ਮੈਨੀ ਈਅਰਸ? ਹੁਣ ਟੀਚਰ ਇਸ ਚੀਜ਼ ਨੂੰ ਲੈ ਕੇ ਹੈਰਾਨ ਹੈ ਕਿ ਇੰਨਾ ਅੱਛਾ ਸਟੂਡੈਂਟ ਹੋ ਕੇ ਇੱਕ ਸੌਫਟਵੇਅਰ ਸੇਲਸ ਪਰਸਨ ਬਣਿਆ ਹੋਇਆ ਤੇ ਟੀਚਰ ਉਹਨੂੰ ਕੁਐਸਚਨ ਪੁੱਛਦੀ ਹੈ, ਇੰਨੇ ਸਾਲ ਤੱਕ ਕੀ ਕੀਤਾ? ਆਈ ਨਿਊ all his classmates by this time were in very high positions in the software industry. ਉਹਦੇ ਨਾਲ ਦੇ ਕਈ ਸਟੂਡੈਂਟ ਜੋ ਕਿ ਸੌਫਟਵੇਅਰ ਇੰਡਸਟਰੀ ਦੇ ਵਿੱਚ ਬਹੁਤ ਅੱਛੀ ਪੋਸਟ ਦੇ ਉੱਪਰ ਅਪਾਇੰਟ ਹੈ ਇਸ ਟਾਈਮ। ਹਸਨ ਬੀਇੰਗ ਅ ਬ੍ਰਾਈਟ ਸਟੂਡੈਂਟ, ਔਰ ਹਸਨ ਤਾਂ ਅੱਛਾ ਸਟੂਡੈਂਟ ਸੀ, ਸ਼ੁੱਡ ਹੈਵ ਡੈਫੀਨੇਟਲੀ ਡਨ ਵੈਲ, ਉਹਨੂੰ ਵਧੀਆ ਕਰ ਲੈਣਾ ਚਾਹੀਦਾ ਸੀ। Yet on the contrary, he seemed to be doing a small job of selling high school software door to door. ਲੇਕਿਨ ਉਸ ਦੇ ਬਾਵਜੂਦ ਉਹ ਡੋਰ ਟੂ ਡੋਰ ਜਾ ਕੇ ਸਕੂਲ ਸੌਫਟਵੇਅਰ ਵੇਚ ਰਿਹਾ ਹੈ। ਮੈਮ, ਯੂ ਨੋ ਆਈ ਵਾਜ਼ ਵੈਰੀ ਇਰੈਗੂਲਰ ਇਨ ਕਾਲਜ। ਨਾਓ ਦਿਸ ਇਜ਼ ਦ ਸਟੋਰੀ ਆਫ ਹਸਨ। ਹਸਨ ਦੇ ਨਾਲ ਕਾਲਜ ਛੱਡਣ ਤੋਂ ਬਾਅਦ ਕੀ ਹੋਇਆ ਉਹਦੀ ਜ਼ੁਬਾਨੀ ਇੱਥੇ ਦੱਸਿਆ ਜਾ ਰਿਹਾ ਹੈ ਕਿ ਮੈਮ ਤੁਸੀਂ ਜਾਣਦੇ ਸੀ ਮੈਂ ਰੈਗੂਲਰ ਨਹੀਂ ਸੀ ਕਾਲਜ ਵਿੱਚ। ਦ ਸੇਮ ਹੈਬਿਟ ਕੰਟੀਨਿਊਡ ਈਵਨ ਆਫਟਰ ਮਾਈ ਗ੍ਰੈਜੂਏਸ਼ਨ ਦੇ ਵਿੱਚ ਵੀ ਮੇਰੀ ਉਹੀ ਆਦਤ ਰਹੀ। I would get up late and was very lazy, और मैं late उठदा सी, आलसी सी। My mother would lose her temper and peace of mind. मेरी माँ मैनू लैके बहुत ज़्यादा गुस्से विच रहिंदी या फिर उन्होंने ने अपने दिमागी शांति नू भी भंग कर दिता सी। I did not bother, मैं परवाह नहीं कीती। I took her for granted. After a lot of pressure from my parents, I took up a job. ਲੇਕਿਨ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਤੇ ਮੈਂ ਇੱਕ ਨੌਕਰੀ ਕਰਨ ਦੀ ਸੋਚੀ। ਬਟ ਆਈ ਕੰਟੀਨਿਊਡ ਵਿਦ ਦ ਸੇਮ ਹੈਬਿਟਸ। ਹੁਣ ਆਦਤਾਂ ਇੰਨੀ ਜਲਦੀ ਜਾਂਦੀਆਂ ਨਹੀਂ ਆ, ਮੈਂ ਉਹੀ ਆਦਤਾਂ ਉੱਥੇ ਵੀ ਰੱਖੀਆਂ। ਆਫਿਸ ਲੇਟ ਜਾਣਾ, ਨਾਟ ਕੀਪਿੰਗ ਅਪਾਇੰਟਮੈਂਟਸ ਐਂਡ ਨਾਟ ਬੀਇੰਗ ਰਿਸਪੌਂਸਿਬਲ, ਕਿਸੇ ਵੀ ਕੰਮ ਨੂੰ ਰਿਸਪੌਂਸਿਬਿਲਿਟੀ ਨੂੰ ਅੱਛੇ ਤਰੀਕੇ ਦੇ ਨਾਲ ਨਹੀਂ ਨਿਭਾਉਣਾ। ਆਈ ਡਿਡ ਨਾਟ ਹੈਵ ਦ ਪ੍ਰੋਪਰ ਨੌਲੇਜ ਆਲਸੋ, ਕਿਉਂਕਿ ਪ੍ਰੈਕਟੀਕਲਸ ਤਾਂ ਕਦੀ ਲਗਾਏ ਨਹੀਂ ਸੀਗੇ, ਸਿਰਫ ਕਿਤਾਬਾਂ ਨੂੰ ਪੜ੍ਹ ਕੇ ਔਰ ਉਹਦੇ ਵਿੱਚੋਂ ਕੁਝ ਯਾਦ ਕਰਕੇ ਲਿਖ ਦੇਣ ਦੇ ਨਾਲ ਤੇ ਪ੍ਰੋਫੈਸ਼ਨਲ ਨੌਲੇਜ ਨਹੀਂ ਆਉਂਦੀ। ਤੇ ਹੁਣ ਨੌਲੇਜ ਕੁਝ ਨਹੀਂ ਸੀਗੀ ਤੇ ਪ੍ਰੈਕਟੀਕਲ ਵਰਕ ਕਿਵੇਂ ਕਰਨਾ ਸੀ, ਜੌਬ ਕਿਵੇਂ ਕਰਨੀ ਸੀ। ਇਨ ਕਾਲਜ ਆਈ ਹਾਰਡਲੀ ਸਟੱਡੀਡ। ਕਾਲਜ ਤਾਂ ਮੈਂ ਬਹੁਤ ਘੱਟ ਪੜ੍ਹਿਆ। ਗੈਟਿੰਗ ਅ ਫਰਸਟ ਕਲਾਸ ਇਨ ਦ ਐਗਜ਼ਾਮੀਨੇਸ਼ਨ, ਹੁਣ ਫਰਸਟ ਕਲਾਸ ਕਿਵੇਂ ਲੈ ਕੇ ਪਾਸ ਹੋ ਜਾਂਦਾ ਸੀ ਇਜ਼ ਨਾਟ ਐਨ ਇੰਡੈਕਸ ਆਫ ਦ ਅਮਾਊਂਟ ਆਫ ਨੌਲੇਜ ਵਨ ਹੈਜ਼। ਸਿਰਫ ਫਸਟ ਕਲਾਸ ਪਾਸ ਹੋਣ ਦੇ ਨਾਲ ਇਹ ਨਹੀਂ ਹੈ ਕਿ ਉਸ ਸਟੂਡੈਂਟ ਦੇ ਕੋਲ ਨੌਲੇਜ ਵੀ ਹੈ। ਆਈ ਵੁੱਡ ਸਟੱਡੀ ਜਸਟ ਬਿਫੋਰ ਦ ਐਗਜ਼ਾਮ। ਹੁਣ ਮੈਂ ਸਿਰਫ ਐਗਜ਼ਾਮ ਤੋਂ ਪਹਿਲੇ ਪੜ੍ਹਦਾ ਸੀ। ਗੈਸ ਦ ਪ੍ਰੋਬੇਬਲ ਕੁਐਸਚਨ, ਉਹ ਕੁਐਸਚਨਸ ਨੂੰ ਅੱਛੀ ਤਰ੍ਹਾਂ ਕਰਦਾ ਸੀ ਜੋ ਗੈਸ ਕੁਐਸਚਨਸ ਹੁੰਦੇ ਸੀ। ਐਂਡ ਸਕਿਪ ਦ ਚੈਪਟਰ। ਆਈ ਆਲਵੇਜ਼ ਥਾਟ ਆਈ ਕੁਡ ਸਮਟਾਈਮ ਮੇਕ ਇਟ ਲੇਟਰ। ਔਰ ਕੁਝ ਚੈਪਟਰਸ ਨੂੰ ਮੈਂ ਸਕਿਪ ਕਰ ਦਿੰਦਾ ਸੀ, ਇਹਨਾਂ ਨੂੰ ਬਾਅਦ 'ਚ ਕਰ ਲਾਂਗਾ। ਬਟ ਵਿਦਾਊਟ ਪ੍ਰੋਪਰ ਨੌਲੇਜ ਇਟ ਇਜ਼ ਡਿਫਿਕਲਟ ਟੂ ਵਰਕ। ਲੇਕਿਨ ਬਿਨਾਂ ਨੌਲੇਜ ਤੋਂ ਕੰਮ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਸੀ। I always laughed at those people who were hard workers. मैं हमेशा हंसदा सी जो कि इंसान बहुत ज़्यादा मेहनत करते सी। I used to make fun of them and call them nerds. और मैं उन्होंने nerds कह के पुकारदा सी। Nerds means hard worker but not fashionable. Today those nerds have become millionaire. आज ओही hard worker, ओही nerds आज millionaire बने हुए हैं। Nobody like me in my office because of my behavior. ਮੇਰੇ ਬਿਹੇਵੀਅਰ ਕਰਕੇ ਕੋਈ ਵੀ ਆਫਿਸ ਦੇ ਵਿੱਚ ਮੈਨੂੰ ਪਸੰਦ ਨਹੀਂ ਕਰਦਾ ਸੀ। ਨੋ ਇੰਪਲੋਇਰ ਵੁੱਡ ਕੀਪ ਸਚ ਐਨ ਇੰਪਲੋਈ ਐਂਡ ਆਈ ਲੌਸਟ ਵਟ ਐਵਰ ਜੌਬ ਆਈ ਟੁਕ ਅਪ। ਕੋਈ ਵੀ ਮੇਰੇ ਵਰਗੇ ਇੰਪਲੋਈ ਨੂੰ ਨੌਕਰੀ ਨਹੀਂ ਦੇਗਾ ਜਿਹਨੂੰ ਕਿ ਨੌਲੇਜ ਹੀ ਨਹੀਂ ਹੈ। ਇਸ ਕਰਕੇ
ਮੈਨੂੰ ਮੇਰਾ EMPLOYEE जॉब तो कढ़ दिंदा सी। इन माई फ्रस्ट्रेशन आई स्टार्टिड क्वारलिंग एट ऑफिस एज वेल एज एट होम। और इस फ्रस्ट्रेशन दे विच घर विच भी लड़ाई हुंदी सी और ऑफिस दे विच भी। फाइनली माई फादर गॉट सो फेड अप सो ही टोल्ड मी टू स्टे सैपरेटली। आखिर मेरे पिता ने इन्हां सारियां चीज़ां तो अक के मैनू अलग रहन वास्ते कह दिता। He always gave me a lot of freedom, but I never picked up on my own good habits. उन्होंने मैनू बहुत आज़ादी दी, बहुत सहूलतां दित्तियां, लेकिन मैं अपनी आदतों को सुधार नहीं पाया। My state today is the result of my own habits. और आज जो मेरे हालात है वो मेरी ही आदतों का रिजल्ट है। I felt sorry for Hassan, who with all intelligence and good nature could not make it. ਅੱਜ ਮੈਨੂੰ ਹਸਨ ਲਈ ਅਫਸੋਸ ਸੀਗਾ ਕਿ ਇੱਕ ਇੰਟੈਲੀਜੈਂਟ और अच्छे नेचर वाला जो स्टूडेंट सीगा वो सफल नहीं हो सकिया। हसन यू न्यू योर फॉल्ट्स। सुधा मूर्ति हसन नू समझा रही है, तुहानू तुहाडीआं गलतियां दा पता है। यू कुड हैव इंप्रूवड एंड मेड अ बेटर लाइफ फॉर योरसैल्फ। इनू सुधारिया जा सकता है, अपनी जिंदगी नू बेहतर किया जा सकता है। देयर इज़ ऑलवेज अ स्टार्ट एट एनी एज। शुरुआत करन दे लई हर समय सही हुंदा है। डोंट गेट डिसअपॉइंटेड। उदास ना होवो, निराश ना होवो। यू मे हैव लॉस्ट अ बैटल बट यू कैन स्टिल विन द वॉर। एक जंग तुसी हारी है लेकिन अजे भी जितन का मौका है। मैम ओल्ड हैबिट्स डाई हार्ड। पुरानियां आदतां इन्नी जल्दी जांदियां नहीं हन। ओल्ड हैबिट्स डाई हार्ड। ये कई बार क्वेश्चन आ जाता है कि किन्ने वर्ड्स कहे सीगे। Who said these words to whom? So Hassan said these words to his teacher. But Hassan, it is possible to change your habits. लेकिन हसन ये संभव है कि तुहाडीआं आदतां सुधर सकदियां। There is nothing which is impossible. कोई भी चीज़ असंभव नहीं है। You only require will power. किस चीज़ की ज़रूरत है? सिर्फ will power की ज़रूरत है। तुहाडी इच्छा शक्ति होनी चाहिए है। You are yourself not aware of all your potential. कई बार तुहानू अपनी पोटेंशियल, अपनी योग्यता, अपनी काबिलियत का खुद नू पता ही नहीं लगता। प्लीज़ रिमेंबर व्हेन एल्डर से समथिंग दे डू से। इस गल का खास ख्याल रखो कि जदों बड़े कुछ बोलते हैं तो वो बोलते हैं क्यों? बिकॉज दे वॉन्ट यू टू लीड अ बेटर लाइफ दैन दैम। कि तुसी उन्हां तो बेहतर जिंदगी बिता सको। उन्हां दी जिंदगी दे विच जो होया वो अपने एक्सपीरियंस दे नाल तुहानू गाइड करदे आ एंड यू हैव टू फॉलो दैम। तुसी उन्होंने अच्छे तरीके नाल उन्हां दी गल सुन के अगर चलोगे तो बेटर लाइफ मिल सकती है। एक्सीलेंस डज नॉट कम बाय एक्सीडेंट बट बाय प्रैक्टिस। और कोई भी चंगी योग्यता अचानक नहीं आती, उहदे लई अभ्यास करना जरूरी है। आई कुड सी अ ट्विंकल इन हिज आईज। सुधा मूर्ति ने उन्होंने एक मोटिवेशन दिता और उहदी अखां दे विच जो चमक सी I thought I saw a glimpse of young bright Hassan. मैनू ओही young Hassan दी झलक उहदे विच नज़र आ रही सी। I will try my best ma'am, he promised as he rose to leave. और जान तो पहला उन्हें मेरे नाल प्रॉमिस किया कि मैं अपनी बेहतर कोशिश करांगा। I have not met Hassan since that day. उस दिन तो बाद मैं हसन नू तां नहीं मिली। I hope to bump into him unexpectedly once again and this time find him happy and successful. लेकिन मैनू पूरी आस है कि अगर हसन मैनू मिलेगा तो पहले नालों खुश और सफल ज़रूर होएगा। ये तुहाडा चैप्टर सीगा हसन अटेंडेंस प्रॉब्लम, जिहदे विच कि जो मेन थीम है, मेन क्वेश्चनस हैगे हैं, शॉर्ट क्वेश्चनस है, लॉन्ग क्वेश्चनस है, उन्हां सारियां चीज़ां नू आपां नैक्सट वीडियो दे विच डिस्कस करांगे।